ਕਿਉਂਕਿ 2017 ਫਰਵਰੀ ਦੇ ਵਿੱਚ ਇਲੈਕਸ਼ਨ ਸੀਗੇ ਤੇ ਇੱਥੇ ਇੱਕ ਰੈਲੀ ਭਾਰਤੀ ਜਨਤਾ ਪਾਰਟੀ ਨੇ ਨਸ਼ੇ ਦਾ ਬਹੁਤ ਰੌਲਾ ਸੀ, ਚਿੱਟੇ ਦਾ ਬਹੁਤ ਰੌਲਾ ਸੀ ਤੇ ਅਮਿਤ ਸ਼ਾਹ ਜੀ ਨੇ ਇੱਥੇ ਇੱਕ ਰੈਲੀ ਰੱਖੀ ਸੀ ਅੰਮ੍ਰਿਤਸਰ ਦੇ ਵਿੱਚ, ਪਰ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਉਹ ਪੋਸਟਪੋਨ ਹੋਈ। ਉਸ ਵੇਲੇ ਸਾਡੇ ਨਾਲ ਪੂਰੇ ਪੰਜਾਬ 'ਚ ਮੇਰੇ ਵਰਗੇ ਇੱਕ ਕਾਰਜਕਰਤਾ, ਲੇਕਿਨ ਮੇਰੇ ਕੋਲ ਕੋਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਹੀਂ ਸੀ, ਸੰਗਠਨ ਦੀ ਨਹੀਂ, ਮੈਂ ਮਿਨਿਸਟਰ ਸੀਗਾ। ਸਾਡੇ ਨਾਲ ਬਹੁਤ ਵੱਡੇ ਵੱਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਸੰਪਰਕ ਕਰਦੇ ਸੀ, ਸਿੱਖ ਫੇਸਿਸ ਬੜੇ ਵੱਡੇ ਕਿ ਅਸੀਂ ਬੀਜੇਪੀ 'ਚ ਆਉਣ ਨੂੰ ਤਿਆਰ ਹਾਂ, ਗਠਬੰਧਨ ਤੋੜ ਲਓ। ਅਸੀਂ ਉਦੋਂ ਨਹੀਂ ਤੋੜਿਆ, ਨਹੀਂ ਤਾਂ ਸਾਡੀ ਸਰਕਾਰ ਹੁੰਦੀ। ਆਰਡੀਨੈਂਸ ਜਦੋਂ ਆਇਆ, ਹਰਸਿਮਰਤ ਜੀ ਉਸ ਮੀਟਿੰਗ ਦੇ ਵਿੱਚ ਕੈਬਨਿਟ ਦੇ ਵਿੱਚ ਹਾਜ਼ਰ ਸਨ। ਉਹਨਾਂ ਨੇ ਉਹਨੂੰ ਸਾਰੇ ਨੂੰ ਪੜ੍ਹਿਆ, ਡਿਸਕਸ ਕੀਤਾ, ਉਹਨੂੰ ਉਹ ਪਾਸ ਹੋਇਆ, ਉਹਦੀ ਪ੍ਰੇਜ਼ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਸੀ ਕਿ ਇਹ ਇੱਕ ਉਹ ਰਿਸ਼ਤਾ ਹੈ ਜਿਹੜਾ ਕਦੀ ਟੁੱਟ ਨਹੀਂ ਸਕਦਾ। ਲੇਕਿਨ 22 ਸਾਲ ਇਕੱਠੇ ਹੋਣ ਤੋਂ ਬਾਅਦ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੁਣ ਵੱਖਰੇ ਰਸਤਿਆਂ 'ਤੇ ਨੇ। ਰਾਜਨੀਤੀ ਦੇ ਗਲਿਆਰੇ 'ਚ ਪੰਜਾਬ ਦੀ ਅਗਰ ਗੱਲ ਕਰੀ ਤਾਂ ਸਭ ਤੋਂ ਵੱਡਾ ਜਿਹੜਾ ਇਸ ਵਕਤ ਗਠਬੰਧਨ ਸੀ ਉਹ ਟੁੱਟਦਾ ਹੋਇਆ ਨਜ਼ਰ ਆਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਨਾਲ ਕਰਤਾ ਗਿਆ ਕਿ ਹੁਣ ਅਸੀਂ ਬੀਜੇਪੀ ਦਾ ਹਿੱਸਾ ਨਹੀਂ ਦੇਵਾਂਗੇ। ਅੱਜ ਅਸੀਂ ਇਹਦੇ ਨਾਲ ਗੱਲ ਕਰਾਂਗੇ ਸ਼੍ਰੀ ਅਨਿਲ ਜੋਸ਼ੀ ਜੀ, ਜੋ ਕਿ ਸਾਬਕਾ ਕੈਬਨਿਟ ਵਜ਼ੀਰ ਨੇ। ਜੋਸ਼ੀ ਸਾਹਿਬ, ਕੀ ਕਾਰਨ ਰਿਹਾ? ਉਹਨਾਂ ਨੇ ਕਿਹਾ ਕਿ ਪਿੱਠ ਤੇ ਛੁਰਾ ਮਾਰਤਾ ਬੀਜੇਪੀ ਨੇ। ਦੇਖੋ, ਮੈਂ ਕੋਈ ਤਲਖ ਟਿੱਪਣੀ ਹਾਲੇ ਨਹੀਂ ਕਰੂੰ ਕਿਉਂਕਿ ਬਹੁਤ ਲੰਬਾ ਅਸੀਂ ਅਲਾਇੰਸ 'ਚ ਰਹੇ ਹਾਂ। ਬੜਾ ਸਾਡਾ ਜੇ 9 ਮਾਸ ਦਾ ਕਹਿੰਦੇ ਆ ਤੇ ਇਸ ਤਰ੍ਹਾਂ ਦਾ ਰਿਸ਼ਤਾ ਰਿਹਾ ਵਾ। ਹਾਲੇ ਕਿ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਵਾ ਸਰਕਾਰ ਦੇ ਵਿੱਚ। 10 ਸਾਲ ਮੈਂ ਵੀ 2007 ਤੋਂ 2017 ਤੱਕ ਮੈਂ ਵੀ ਸਰਕਾਰ 'ਚ ਰਿਹਾ, ਮਿਨਿਸਟਰ ਵੀ ਰਿਹਾ 5 ਸਾਲ, MLA ਵੀ ਰਿਹਾ। ਬਾਦਲ ਸਾਹਿਬ ਬਹੁਤ, ਮੈਂ ਕਹਾਂਗਾ ਕਿ ਪਿਤਾ ਸਮਾਨ ਹੈ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹਨਾਂ ਨੇ ਬੜੀ ਪੋਲਾਈਟਲੀ, ਬੜੀ ਸ਼ਾਨਦਾਰ ਤਰੀਕੇ ਦੇ ਨਾਲ ਇਹ ਗਠਬੰਧਨ ਨਿਭਾਇਆ। ਪਰ ਹੁਣ ਜਿਹੜੀ ਕਮਾਨ ਸੁਖਬੀਰ ਜੀ ਦੇ ਜਦੋਂ ਦੀ ਹੱਥ 'ਚ ਆਈ ਆ, ਪਿਛਲੀ ਸਰਕਾਰ ਦੇ ਦੌਰਾਨ ਵੀ ਬੜੇ, ਤੁਹਾਨੂੰ ਦੱਸਿਆ, ਕੌੜੇ ਮਿੱਠੇ ਜਿਹੜੇ ਆ ਉਹ ਸਾਡੇ ਤਜਰਬੇ ਰਹੇ। ਪਰ ਜਿਹੜੀ ਇਹ ਪਿੱਠ ਛੁਰਾ ਮਾਰਨ ਵਾਲੀ ਗੱਲ ਕਰਦੇ ਆ, ਜਦੋਂ ਤੁਸੀਂ ਇਹ ਯਾਦ ਕਰੋ ਵੀ 2016 ਸ਼ੁਰੂ ਦੇ ਵਿੱਚ, ਕਿਉਂਕਿ 2017 ਫਰਵਰੀ ਦੇ ਵਿੱਚ ਇਲੈਕਸ਼ਨ ਸੀਗੇ ਤੇ ਇੱਥੇ ਇੱਕ ਰੈਲੀ ਭਾਰਤੀ ਜਨਤਾ ਪਾਰਟੀ ਨੇ, ਨਸ਼ੇ ਦਾ ਬਹੁਤ ਰੌਲਾ ਸੀ, ਚਿੱਟੇ ਦਾ ਬਹੁਤ ਰੌਲਾ ਸੀ ਤੇ ਅਮਿਤ ਸ਼ਾਹ ਜੀ ਨੇ ਇੱਥੇ ਇੱਕ ਰੈਲੀ ਰੱਖੀ ਸੀ ਅੰਮ੍ਰਿਤਸਰ ਦੇ ਵਿੱਚ, ਪਰ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਉਹ ਪੋਸਟਪੋਨ ਹੋਈ। ਤੇ ਅਸੀਂ ਮਤਲਬ ਜਿਹੜਾ ਵਾ ਉਸ ਟਾਈਮ ਦੇ ਉੱਤੇ ਸਾਡੇ ਤੇ ਕਾਰਜਕਰਤਾ ਦਾ, ਭਾਰਤੀ ਜਨਤਾ ਪਾਰਟੀ ਦੇ ਉੱਤੇ ਪੂਰੇ ਪੰਜਾਬ ਦਾ ਇੰਨਾ ਪ੍ਰੈਸ਼ਰ ਸੀਗਾ ਕਿ ਤੁਸੀਂ ਅਲੱਗ ਹੋ ਜਾਓ, ਕਿਉਂਕਿ ਬਰਗਾੜੀ ਜਾਂ ਹੋਰ ਬਹੁਤ ਸਾਰੇ ਨਸ਼ੇ ਦੇ ਜਾਂ ਰੇਤ ਬਜਰੀ ਦੇ ਬਹੁਤ ਸਾਰੇ ਮੁੱਦੇ ਸੀਗੇ, ਜਿਸ ਕਰਕੇ ਅਸੀਂ ਬੈਕਫੁੱਟ 'ਤੇ ਸੀਗੇ ਅਕਾਲੀ ਭਾਜਪਾ ਗਠਬੰਧਨ। ਤੇ ਉਸ ਵੇਲੇ ਨਸ਼ੇ ਦਾ ਹੀ ਇੰਨਾ ਜ਼ਿਆਦਾ ਰੌਲਾ ਸੀ ਕਿ ਨਸ਼ੇ ਦੇ ਖਿਲਾਫ ਇੱਕ ਰੈਲੀ ਇੱਥੇ ਰੱਖੀ ਗਈ, ਪਰ ਉਹ ਨਹੀਂ ਕੀਤੀ ਗਈ, ਨਹੀਂ ਹੋਈ। ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਵੇਲੇ ਸਾਡੇ ਨਾਲ ਪੂਰੇ ਪੰਜਾਬ 'ਚ ਮੇਰੇ ਵਰਗੇ ਇੱਕ ਕਾਰਜਕਰਤਾ, ਲੇਕਿਨ ਮੇਰੇ ਕੋਲ ਕੋਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਹੀਂ ਸੀ, ਸੰਗਠਨ ਦੀ ਨਹੀਂ, ਮੈਂ ਮਿਨਿਸਟਰ ਸੀਗਾ। ਸਾਡੇ ਨਾਲ ਬਹੁਤ ਵੱਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਸੰਪਰਕ ਕਰਦੇ ਸੀ, ਸਿੱਖ ਫੇਸਿਸ ਬੜੇ ਵੱਡੇ ਕਿ ਅਸੀਂ ਬੀਜੇਪੀ 'ਚ ਆਉਣ ਨੂੰ ਤਿਆਰ ਹਾਂ, ਗਠਬੰਧਨ ਤੋੜ ਲਓ। ਅਸੀਂ ਉਦੋਂ ਨਹੀਂ ਤੋੜਿਆ, ਨਹੀਂ ਤਾਂ ਸਾਡੀ ਸਰਕਾਰ ਹੁੰਦੀ। ਇਹ 2017 ਸਾਡੀ ਸਰਕਾਰ ਹੁੰਦੀ। ਅਸੀਂ ਨਿਭੇ ਨਾਲ, ਹਾਰ ਬਰਦਾਸ਼ਤ ਕੀਤੀ। ਅਸੀਂ ਹਾਰ, ਕਿਉਂਕਿ ਜਦੋਂ ਕੋਲੀਸ਼ਨ 'ਚ ਹੋਈਦਾ ਵਾ ਨਾ, ਇੱਕ ਦੂਜੇ ਦਾ ਜਿਹੜਾ ਵਾ ਉਹ ਕਮੀਆਂ ਪੇਸ਼ੀਆਂ ਸਭ ਸਾਂਝੀਆਂ ਹੀ ਲੈਣੀਆਂ ਪੈਂਦੀਆਂ, ਕਿਸੇ ਵੱਲੋਂ ਵੀ ਹੋਣ। ਅਸੀਂ ਉਹ ਸਾਰੀਆਂ ਆਪਣੇ ਜ਼ਿੰਮੇ ਲਈਆਂ। ਅਸੀਂ ਹਾਰ ਮਨਜ਼ੂਰ ਕੀਤੀ, ਅਸੀਂ ਗਠਬੰਧਨ ਨਹੀਂ, ਉਦੋਂ ਨਹੀਂ ਤੋੜਿਆ। ਮਤਲਬ ਉਹਦੀ ਹਾਰ ਦਾ ਕਾਰਨ ਵੀ ਅਕਾਲੀ ਦਲ ਸੀ। ਮੈਂ ਸਭ ਲੋਕ ਆਂਦੇ ਸੀ, ਅਸੀਂ ਨਹੀਂ ਕਿਹਾ, ਇੱਕ ਜਗ੍ਹਾ 'ਤੇ ਨਹੀਂ ਕਿਹਾ। ਸਾਡੀ ਕੋਈ ਸਟੇਟਮੈਂਟ ਵੇਖ ਲਓ, ਅਸੀਂ ਨਾ ਪਹਿਲਾਂ ਕਿਹਾ, ਅਸੀਂ ਬਾਅਦ 'ਚ ਵੀ ਨਹੀਂ ਕਿਹਾ। ਇਹ ਹੁਣ ਜਿਹੜੇ ਪਿੱਠ ਛੁਰਾ ਮਾਰਨ ਦੀ ਗੱਲ ਕਰਦੇ ਆ, ਅੱਜ ਜਦੋਂ ਕਿ ਤੁਸੀਂ ਹਰਸਿਮਰਤ ਬਾਦਲ ਦੇ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਸੁਖਬੀਰ ਬਾਦਲ ਜੀ ਦੇ ਸੋਸ਼ਲ ਮੀਡੀਆ 'ਤੇ ਹੈਗੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਹੈਗੇ ਆ, ਇਹਨਾਂ ਦੇ ਬਾਕੀ ਨੇਤਾਵਾਂ ਦੇ ਹੈਗੇ ਆ। ਜਦੋਂ ਆਰਡੀਨੈਂਸ ਆਇਆ, ਆਰਡੀਨੈਂਸ ਜਦੋਂ ਆਉਂਦਾ ਤੇ ਉਹ ਕੈਬਨਿਟ ਦੇ ਵਿੱਚ ਪਹਿਲਾਂ ਪਾਸ ਹੁੰਦਾ, ਫਿਰ ਆਰਡੀਨੈਂਸ ਲੈ ਕੇ ਆਉਂਦੀ ਆ ਸਰਕਾਰ। ਉਸ ਤੋਂ ਬਾਅਦ ਜਦੋਂ ਵੀ ਸੈਸ਼ਨ ਹੁੰਦਾ, ਉਦੋਂ ਸੈਸ਼ਨ ਦੇ ਵਿੱਚ ਉਹ ਬਿੱਲ ਆਉਂਦਾ। ਜਦੋਂ ਕਾਨੂੰਨ ਦਾ ਰੂਪ ਲੈ ਲੈਂਦਾ, ਆਰਡੀਨੈਂਸ ਖਤਮ ਹੋ ਜਾਂਦਾ। ਆਰਡੀਨੈਂਸ ਜਦੋਂ ਆਇਆ, ਹਰਸਿਮਰਤ ਜੀ ਉਸ ਮੀਟਿੰਗ ਦੇ ਵਿੱਚ ਕੈਬਨਿਟ ਦੇ ਵਿੱਚ ਹਾਜ਼ਰ ਸਨ।
ਉਹਨਾਂ ਨੇ ਉਹਨੂੰ ਸਾਰੇ ਨੂੰ ਪੜ੍ਹਿਆ, ਡਿਸਕਸ ਕੀਤਾ, ਉਹਨੂੰ ਉਹ ਪਾਸ ਹੋਇਆ, ਉਹਦੀ ਪ੍ਰੇਜ਼ ਕੀਤੀ। ਹਰਸਿਮਰਤ ਕੌਰ ਬਾਦਲ ਦੇ ਬਿਆਨ ਤੁਹਾਨੂੰ ਦੱਸਿਆ, ਤੁਸੀਂ ਜਦੋਂ ਮਰਜ਼ੀ ਸੋਸ਼ਲ ਮੀਡੀਆ ਤੁਹਾਡੇ ਕੋਲ ਵੀ ਹੈਗੇ ਆ, ਤੁਹਾਡੇ ਕੋਲ ਵੀ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕਾਂਗਰਸ ਵਾਲੇ ਕਿਸਾਨਾਂ ਨੂੰ ਭੜਕਾਉਂਦੇ ਪਏ ਆ, ਇਹ ਬਿੱਲ ਬਹੁਤ ਚੰਗੇ ਆ, ਇਹਦੇ ਨਾਲ ਓਪਨ ਮੰਡੀ ਜਿਹੜੀ ਹੋ ਜੂਗੀ, ਕਿਸਾਨ ਬਾਉਂਡ ਨਹੀਂ ਰਹੂਗਾ ਇੱਕ ਮੰਡੀ 'ਚ ਆਪਣਾ ਸਮਾਨ ਵੇਚਣ ਵਾਸਤੇ, ਆਪਣੀ ਜਿੰਸ ਵੇਚਣ ਵਾਸਤੇ। ਉਹਦੇ ਵਾਸਤੇ ਪੂਰੀ ਦੁਨੀਆ ਖੁੱਲ੍ਹ ਜੂਗੀ, ਭਾਵੇਂ ਉਹ ਐਕਸਪੋਰਟ ਕਰੇ, ਭਾਵੇਂ ਉਹ ਪੂਰੇ ਦੇਸ਼ ਦੇ ਵਿੱਚ ਜਿੱਥੇ ਉਹਨੂੰ ਵੱਧ ਭਾਅ ਮਿਲਦਾ ਵਾ ਉਹ ਉੱਥੇ ਵੇਚੇ, ਭਾਵੇਂ ਉਹਦੇ ਕੋਲੋਂ ਕੋਈ ਉਹਦੀ ਜ਼ਮੀਨ 'ਚੋਂ ਆ ਕੇ ਵੱਧ ਭਾਅ ਦੇ ਕੇ ਖਰੀਦ ਜੇ। ਕੋਈ ਚੀਜ਼ ਫਰਜ਼ ਕੀਤਾ, ਕੋਈ ਚੀਜ਼ 2000 ਰੁਪਇਆ, ਉਹਨੂੰ ਜੇ 2500 ਬਾਹਰੋਂ ਮਿਲੇ ਉਹ 2500 ਵੇਚ ਦੇ। ਉਹ ਜਿੱਥੇ ਮਰਜ਼ੀ, ਜੇ 2500 ਕਿਤੇ ਹਰਿਆਣੇ ਦੀ ਕਿਸੇ ਮੰਡੀ 'ਚੋਂ ਮਿਲਦਾ, ਦਿੱਲੀ ਦੀ ਮੰਡੀ 'ਚੋਂ ਮਿਲਦਾ। ਜੋਸ਼ੀ ਸਾਹਿਬ ਸਵਾਲ ਹੈ ਕਿ ਇੱਕਦਮ ਉੱਥੇ ਯੂ ਟਰਨ ਆਇਆ ਗਿਆ ਤਾਂ ਉਸ ਤੋਂ ਬਾਅਦ ਇੱਕ ਲੰਬਾ ਜਿਹੜਾ ਹੈ ਰੋਸ ਜਿਹੜਾ ਜ਼ਾਹਰ ਕੀਤਾ ਗਿਆ। ਉਹ ਕਹਿੰਦੇ ਸੀ ਕਿਸਾਨਾਂ ਦੇ ਨਾਲ ਆ, ਕਿਸਾਨ ਵਿਰੋਧੀ ਭਾਜਪਾ ਤੇ ਭਾਜਪਾ ਦੇ ਖਿਲਾਫ ਅਸੀਂ ਹਾਂ। ਦੇਖੋ ਗੱਲ ਪਤਾ ਕੀ ਹੈ, ਇਹਨਾਂ ਦੇ ਉੱਤੇ ਕਿਸ ਗੱਲ ਦਾ ਪ੍ਰੈਸ਼ਰ ਆ। ਮੈਂ ਇਹੀ ਗੱਲ ਜਿਹੜੀ ਆਰਡੀਨੈਂਸ ਤੋਂ ਬਾਅਦ ਸਾਰੇ ਇਹਦੀ ਪ੍ਰਸ਼ੰਸਾ ਕਰਦੇ ਪਏ ਸੀ, ਸਾਰੇ ਬਿਆਨ ਕਰਦੇ ਪਏ ਸੀ, ਕਿਉਂਕਿ ਇਹ ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਸਾਡੀ ਇਹ ਡਿਮਾਂਡ ਸੀ ਕਿ ਓਪਨ ਮੰਡੀ ਕਿਸਾਨਾਂ ਨੂੰ ਦਿੱਤੀ ਜਾਵੇ। ਇਹਨਾਂ ਦੇ ਨਾਲ ਜਿਹੜੀ ਲੁੱਟ ਖਸੁੱਟ ਕਈ ਵਾਰੀ ਹੁੰਦੀ ਆ ਮੰਡੀਆਂ ਦੇ ਵਿੱਚ, ਉਹ ਭਾਵੇਂ ਉਹ ਮਜ਼ਦੂਰੀ ਦੇ ਨਾਂ ਦੇ ਉੱਤੇ, ਉਹ ਜਿਹੜੀ ਆ ਦਾਮੀ ਦੇ ਨਾਂ ਦੇ ਉੱਤੇ, ਵਿਆਜ ਦੇ ਨਾਂ ਦੇ ਉੱਤੇ। ਹੁਣ ਸਰਕਾਰ, ਸੈਂਟਰ ਸਰਕਾਰ ਤੇ 5-6% ਸਾਲ ਦਾ ਜਿਹੜਾ ਵਾ ਉਹ ਵਿਆਜ ਦੇ ਉੱਤੇ ਕਿਸਾਨਾਂ ਨੂੰ ਲਿਮਟਾਂ ਜਿੰਨੀਆਂ ਮਰਜ਼ੀ ਲਾਓ, ਲੱਖਾਂ ਕਰੋੜ ਰੁਪਇਆ ਸਰਕਾਰ ਕਿਸਾਨਾਂ ਵਾਸਤੇ ਦੇ ਰਹੀ ਆ। ਜਿਹੜਾ ਆਪ ਕਿਸਾਨ ਅੱਜ ਹੀ ਆ, ਕਿਸਾਨ ਨੇ ਇੱਕ ਨੇ, ਤੁਸੀਂ ਅਖਬਾਰਾਂ ਪੜ੍ਹੋ, ਖੁਦਕਸ਼ੀ ਕੀਤੀ ਆ। ਉਹਨੇ ਕਿਹਾ ਵੀ ਮੈਂ ਵਿਆਜ ਪੈਸੇ ਜਿਹੜੇ ਆੜ੍ਹਤੀਆਂ ਦੇ ਦੇਣੇ ਸੀ ਤੇ ਮੈਂ ਵਿਆਜ ਮੇਰੇ ਤੇ ਇੰਨਾ ਕੁ ਮਤਲਬ ਜਿਹੜਾ ਜ਼ਿਆਦਾ ਚੜ੍ਹ ਗਿਆ ਤੇ ਉਹ ਮੈਂ ਪੈਸੇ ਦੇ ਚੁੱਕਾ ਪਰ ਮੁੱਕਦਾ ਨਹੀਂ ਗਾ, ਤੇ ਉਹਨੇ ਖੁਦਕਸ਼ੀ ਕਰ ਲਈ। ਇਹੋ ਜਿਹਾ ਅਕਾਲੀ ਦਲ ਦਾ ਹੁੰਦਾ, ਅਕਾਲੀ ਦਲ ਤੇ ਸਿੱਧੇ ਤੌਰ ਦੇ ਉੱਤੇ ਹੁਣ ਸ਼ਰੇਆਮ ਸੜਕਾਂ ਬਲੌਕ ਕੀਤੀਆਂ ਜਾ ਰਹੀਆਂ, ਸੜਕਾਂ ਬਲੌਕ ਕਰਕੇ ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ। ਮੈਂ ਉਹੀ ਕਹਿੰਦਾ ਵੀ ਜਿਹੜੇ ਲੋਕ ਇਹ ਉਹਦੀ ਪ੍ਰਸ਼ੰਸਾ ਇਸ ਆਰਡੀਨੈਂਸ ਦੀ ਕਰਦੇ ਪਏ ਸੀ, ਬਿੱਲ ਬਣਦਿਆਂ ਜੋ ਇਹਨਾਂ ਨੇ ਪੰਜਾਬ ਦਾ ਵਾਤਾਵਰਨ ਵੇਖਿਆ, ਕਾਂਗਰਸ ਜਿਹੜੀ ਆ ਉਹ ਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਇਸ ਐਜੀਟੇਸ਼ਨ 'ਚ ਆ ਗਏ। ਕਿਸਾਨਾਂ ਨੂੰ ਕਹਿ ਦਿੱਤਾ ਜੋ ਮਰਜ਼ੀ ਕਰੋ। ਕਰੋਨਾ ਦੇ ਵਿੱਚ ਪਰਚੇ ਹੁੰਦੇ ਪਏ ਸਾਡੇ ਪ੍ਰਧਾਨ ਤੇ ਅਸ਼ਵਨੀ ਸ਼ਰਮੇ ਦੇ ਉੱਤੇ, ਇਹਨਾਂ ਨੇ FIR ਕੀਤੀ ਵੀ ਉਹਨੇ ਮੀਟਿੰਗ ਕੀਤੀ ਹੈ, ਪੋਲੀਟੀਕਲ ਮੀਟਿੰਗ, ਕਿਉਂਕਿ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ। ਤੇ ਇੱਥੇ ਇਹਨਾਂ ਨੇ ਖੁੱਲ੍ਹ ਦੇਤੀ ਵੀ ਜਿੰਨੇ ਮਰਜ਼ੀ ਜਲਸੇ ਕਰੋ, ਲਾਈਨਾਂ ਤੇ ਬਹੁ, ਕੋਈ 144 ਵੀ ਢਾਹ ਦਿੱਤੀ, ਸਾਰਾ ਕੁਝ ਢਾਹ ਦਿੱਤਾ। ਕੈਪਟਨ ਸਰਕਾਰ ਨੇ ਸਰਪੰਚਾਂ ਨੂੰ ਕਿਹਾ, ਆਫੀਸਰ ਦੀ ਡਿਊਟੀ ਲਾਈ ਵੀ ਇਸ ਬੰਦ ਨੂੰ ਵੀ ਸਫਲ ਕਰਨਾ, ਅਸੀਂ ਨਾਲ ਆ ਕਿਸਾਨਾਂ ਦੇ। ਜਦੋਂ ਇਹ ਵੇਖਿਆ ਅਕਾਲੀ ਦਲ ਵੀ ਨਾਲ ਹੈ, ਇੱਕ ਮਿੰਟ, ਉਸ ਤੋਂ ਬਾਅਦ ਆਮ ਪਾਰਟੀ ਦਾ ਵੀ ਵੇਖਿਆ ਵੀ ਉਹ ਤੇ ਆਪਣੀ ਜ਼ਮੀਨ ਤਲਾਸ਼ਦੀ ਪਈ ਆ, ਉਹ ਤੇ ਸੱਜਿਓਂ ਖੱਬਿਓਂ ਜੋ ਵੀ ਇਕੱਠਾ ਹੁੰਦਾ ਵਾ ਉਹ ਕਰਦੀ ਪਈ ਆ। ਉਹਦੇ ਤੋਂ ਬਾਅਦ ਇਹਨਾਂ ਨੇ ਵੇਖਿਆ ਵੀ ਇਹ ਤੇ ਵਾਤਾਵਰਨ ਜਿਹੜਾ ਵਾ ਸਾਡੇ ਕੰਟਰੋਲ 'ਚ ਨਹੀਂ ਆ ਰਿਹਾ, ਅਸੀਂ ਸਮਝਾ ਨਹੀਂ ਪਾ ਰਹੇ ਹਾਲੇ ਕਿ ਸਾਨੂੰ ਮਿਹਨਤ, ਜੇ ਕਿਸਾਨਾਂ ਦੇ ਇਹ ਕਿਸਾਨਾਂ ਦੇ ਭਲੇ ਦਾ ਬਿੱਲ ਆ, ਇਹਦੇ ਤੇ ਮਿਹਨਤ ਕਰਕੇ ਆਪਾਂ ਨੂੰ ਕਿਸਾਨਾਂ ਨੂੰ ਸਮਝਾਉਣ ਦੀ ਜ਼ਰੂਰਤ ਸੀ। ਅਸੀਂ ਐਜੀਟੇਸ਼ਨਾਂ ਜਿਹੜੀਆਂ ਵਾ ਉਹ ਬਾਅਦ ਦੇ ਵਿੱਚ ਵੀ ਹੋ ਸਕਦੀਆਂ, 2 ਸਾਲ 3 ਸਾਲ ਬਾਅਦ ਇਹਦਾ ਸਾਨੂੰ ਫਾਇਦਾ ਨਹੀਂ ਨਜ਼ਰ ਆਇਆ। ਸਾਨੂੰ ਲੱਗਾ ਵੀ ਇਹਦਾ ਬਹੁਤ ਨੁਕਸਾਨ ਹੋ ਗਿਆ ਕਿਸਾਨਾਂ ਨੂੰ, ਕਿਸਾਨ ਇਹਦਾ ਬੈਨੀਫਿਟ ਨਹੀਂ ਲੈ ਪਾ ਰਹੇ, ਤੇ ਐਜੀਟੇਸ਼ਨ ਉਦੋਂ ਵੀ ਹੋ ਸਕਦੀ ਆ। ਅਕਾਲੀ ਦਲ ਉਦੋਂ ਵੀ ਸਟੈਂਡ ਲੈ ਸਕਦਾ ਵਾ, ਉਦੋਂ ਵੀ ਜਿਹੜੀ ਆ ਬਾਕੀ ਪਾਰਟੀਆਂ ਜਿਹੜੀਆਂ ਸਟੈਂਡ ਲੈ ਸਕਦੀਆਂ, ਜਦੋਂ ਆਪਾਂ ਇੱਕ ਸਿਸਟਮ ਦੇ ਵਿੱਚ ਸ਼ੁਰੂ ਤੋਂ ਹੀ ਤੁਰੇ ਆਏ ਆ। ਉਸੇ ਸਿਸਟਮ ਨੂੰ ਆਪਾਂ ਨੇ ਵੀ ਉਸ ਤੋਂ ਬਾਹਰ ਇੱਕ ਕਦਮ ਨਹੀਂ ਰੱਖਾ, ਹਾਲੇ ਕਿ ਉਹ ਸਿਸਟਮ ਚੱਲਦਾ ਪਿਆ ਪੈਰਲਲ। ਉਹਦੇ ਤੋਂ ਇਲਾਵਾ ਇੱਕ ਸਿਸਟਮ ਦਿੱਤਾ ਵੀ ਇਹਦਾ ਵੀ ਜਿਹੜਾ ਵਾ ਬੈਨੀਫਿਟ ਜਿੰਨਾ ਹੋ ਸਕਦਾ ਵਾ, ਜਿਹੜੇ ਉਦਮੀ ਕਿਸਾਨ ਆ, ਜਿਹੜੇ ਹਿੰਮਤੀ ਕਿਸਾਨ ਆ। ਫਿਰ ਡਿਵਰਸੀਫਿਕੇਸ਼ਨ ਦੀ ਮੈਂ ਗੱਲ ਕਰਦਾ, ਕੱਲ੍ਹ ਨੂੰ ਇੱਥੇ ਕੋਈ ਕੰਪਨੀਆਂ ਆਉਂਦੀਆਂ, ਇੱਥੇ ਪ੍ਰੋਸੈਸਿੰਗ ਹਾਊਸ ਲੱਗਦੇ ਆ, ਇੰਡਸਟਰੀ ਲੱਗਦੀ ਆ, ਨੌਕਰੀ ਮਿਲਦੀ ਆ ਲੋਕਾਂ ਨੂੰ, ਉਹਦੇ ਨਾਲ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਆਪਣੀਆਂ ਫਸਲਾਂ ਬਿਜਵਾਉਂਦੇ ਆ। ਪਰ ਅਕਾਲੀ ਦਲ ਨੂੰ ਤੁਸੀਂ ਸਮਝਾ ਨਹੀਂ ਪਾਏ ਕਿ ਅਕਾਲੀ ਦਲ ਕਾਰਨ ਕੀ ਰਿਹਾ? ਅਕਾਲੀ ਦੇਖੋ, ਤੁਸੀਂ ਅਸੀਂ ਮੰਨਿਆ ਕਿ ਬਿੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਅੱਛਾ ਬਿੱਲ ਹੈ, ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਡਿਵਰਸੀਫਿਕੇਸ਼ਨ ਹੋਏਗੀ, ਨਵੀਂ ਫਸਲਾਂ ਆਉਣਗੀਆਂ, ਕਿਸਾਨ ਦੀ ਆਮਦ ਵਧੇਗੀ, ਇਹ ਚੀਜ਼ਾਂ ਬਿੱਲ ਦੇ ਵਿੱਚ ਅਸੀਂ ਪੜ੍ਹ ਚੁੱਕੇ। ਪਰ ਕਾਰਨ ਕੀ ਤੁਸੀਂ ਅਕਾਲੀ ਦਲ ਨੂੰ ਸਮਝਾ ਨਹੀਂ ਸਕੇ ਕਿ ਇਹ ਅਕਾਲੀ ਦਲ ਦੇ ਮਨ 'ਚ ਹੋਰ ਹੈ? ਮੈਂ ਦੱਸਦਾ, ਅਕਾਲੀ ਦਲ ਦੀ ਡਿਊਟੀ ਸੀ ਇਹ ਸਮਝਾਉਣਾ, ਕਿਉਂਕਿ ਇਹ ਡਿਮਾਂਡ ਕਰਦੇ ਰਹੇ ਆ, ਇੱਥੋਂ ਤੱਕ ਕਿ ਕਾਂਗਰਸ ਡਿਮਾਂਡ ਕਰਦੀ ਰਹੀ ਆ। ਕਾਂਗਰਸ ਨੇ 2017 ਵਿੱਚ ਕੈਪਟਨ ਸਾਹਿਬ ਨੇ ਇਹ ਬਿੱਲ ਪਾਸ ਕੀਤਾ ਵਿਧਾਨ ਸਭਾ ਦੇ ਵਿੱਚ ਵੀ ਸਾਨੂੰ ਓਪਨ ਮੰਡੀ ਅਸੀਂ ਕਰਨੀ ਆ। ਉਹਦੇ ਤੋਂ ਬਾਅਦ ਇਹਨਾਂ 2019 'ਚ ਜਿਹੜੀ ਇਹਨਾਂ ਦੀ ਸਰਕਾਰ ਆਈ ਆ, ਆਪਣਾ ਇਹਨਾਂ ਦੀ ਜਿਹੜੀ ਸੈਂਟਰ ਦੀ ਆਪਣਾ BJP ਗਵਰਨਮੈਂਟ ਦੁਬਾਰਾ ਬਣੀ ਆ, ਉਦੋਂ ਜਿਹੜਾ ਚੋਣ ਮੈਨੀਫੈਸਟੋ ਇਹਨਾਂ ਦਾ ਆਇਆ, ਇਹਨਾਂ ਦਾ ਆਪਣਾ ਨੈਸ਼ਨਲ ਕਾਂਗਰਸ ਦਾ,
ਉਹਦੇ 'ਚ ਇਹਨਾਂ ਨੇ ਰਾਹੁਲ ਗਾਂਧੀ ਇਹਨਾਂ ਸਭ ਨੇ ਇਹਦੇ 'ਚ ਇਹਨਾਂ ਨੇ ਸਾਰਾ ਇਹ ਜਿਹੜਾ ਵਾ ਡਿਮਾਂਡ ਕੀਤੀ ਆ, ਉਹਦੇ 'ਚ ਇਹਨਾਂ ਦਾ ਏਜੰਡਾ ਫਿਰ ਅਕਾਲੀ ਦਲ ਤੇ ਹੈ। ਪਰ ਅਕਾਲੀ ਦਲ ਤੇ ਸਵਾਲ ਆ ਰਿਹਾ ਕਿ ਅਕਾਲੀ ਦਲ ਬਾਦਲ ਸਾਹਿਬ ਜਿਹੜੇ ਨੇ, ਮੋਦੀ ਜੀ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦੇ ਨੇ, ਕਹਿੰਦੇ ਨੇ ਜੀ ਕਿ ਸਭ ਤੋਂ ਵੱਡਾ ਰਾਜਨੀਤਿਕ ਜਿਹੜਾ ਕੋਈ ਸ਼ਖਸ ਹੈ ਮੈਂ ਦੇਖਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਰ ਅੱਜ ਇੱਕ ਰਿਸ਼ਤਿਆਂ 'ਚ ਖਟਾਸ ਕਿਉਂ ਹੈ ਬਲੀ? ਦੇਖੋ ਮੈਂ ਕਹਾਂਗਾ ਇਹਨਾਂ ਦੀ ਪੋਲੀਟੀਕਲ ਬਲੰਡਰ ਹੈ, ਅਸੀਂ ਨਹੀਂ ਤੋੜਿਆ, ਇਹਨਾਂ ਨੇ ਤੋੜਿਆ। ਇਹਨਾਂ ਨੂੰ ਲਫ਼ਜ਼ਾਂ ਤੇ ਵੀ ਸੰਯਮ ਰੱਖਣਾ ਚਾਹੀਦਾ। ਜਦੋਂ ਇੰਨਾ ਚਿਰ ਕਿਸੇ ਦੇ ਨਾਲ ਇਕੱਠੇ ਰਹੀਏ, ਅੱਜ ਤੱਕ ਇਹਨਾਂ ਦੀ ਸਥਾਈ ਸਰਕਾਰ ਬੀਜੇਪੀ ਤੋਂ ਬਗੈਰ ਨਹੀਂ ਬਣੀ। ਅਸੀਂ 2007 ਦੀ ਲੈ ਲਓ, ਬਹੁਮਤ ਨਹੀਂ ਸੀ ਇਹਨਾਂ ਕੋ, ਅਕਾਲੀ ਦਲ ਕੋ 18.5 ਵਿਧਾਇਕਾਂ ਕਰਕੇ ਸਰਕਾਰ ਬਣੀ। ਉਸ ਤੋਂ ਬਾਅਦ 2012 ਲੈ ਲਓ, 2012 'ਚ ਵੀ ਇਹ ਬਹੁਮਤ ਨਹੀਂ ਸੀਗੇ, ਉਦੋਂ ਵੀ ਸਾਡੇ ਵਿਧਾਇਕਾਂ ਕਰਕੇ, ਭਾਰਤੀ ਜਨਤਾ ਪਾਰਟੀ ਕਰਕੇ ਸਰਕਾਰ ਬਣੀ ਤੇ 10 ਸਾਲ ਸਟੇਬਲ ਸਰਕਾਰ ਚੱਲੀ। ਅਸੀਂ ਥੱਲੇ ਸਰਕਾਰ ਬਣਾਉਣ ਦੀ ਗੱਲ ਕਰੀਏ, ਕਿਆ ਬੀਜੇਪੀ ਇੰਨੀ ਸક્ષਮ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਿਨਾਂ ਸਰਕਾਰ ਬਣਾ ਸਕੇਗੀ? ਤੁਸੀਂ ਕੀ ਸੋਚਦੇ ਜੇ ਇਹ ਨੈਸ਼ਨਲ ਪਾਰਟੀ ਭਾਰਤੀ ਜਨਤਾ ਪਾਰਟੀ ਆਮ ਪਾਰਟੀ ਉੱਥੋਂ ਜਿਹਦਾ ਕੋਈ ਏਜੰਡਾ ਨਹੀਂ, ਜਿਹਦੀ ਕੋਈ ਆਈਡੀਓਲੋਜੀ ਨਹੀਂ, ਜਿਹਦਾ ਕੋਈ ਹੈ ਨਹੀਂ ਆ, ਉਹ ਆਣ ਕੇ ਇੱਥੇ ਆਪਣੇ ਪੈਰ ਲਾ ਸਕਦੀ? ਭਾਰਤੀ ਜਨਤਾ ਪਾਰਟੀ ਦਾ ਕੈਡਰ ਪਿੰਡਾਂ ਤੱਕ ਹੈ। ਭਾਰਤੀ ਜਨਤਾ ਪਾਰਟੀ ਜਨਸੰਘ ਵੇਲੇ ਤੋਂ ਹੀ, ਜਦੋਂ ਸ਼ੁਰੂ 'ਚ ਹਾਲੇ ਭਾਰਤੀ ਜਨਤਾ ਪਾਰਟੀ ਨਹੀਂ ਸੀ ਬਣੀ, ਉਦੋਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਲੜਦੀ ਸੀ ਤੇ ਬਹੁਤ ਸਾਰੀਆਂ ਜਿੱਤਦੀ ਸੀ, ਪੇਂਡੂ ਏਰੀਆ ਦੇ ਵਿੱਚ ਵੀ ਜਿੱਤਦੀ ਸੀ। ਅੱਜ ਵੀ ਭਾਰਤੀ ਜਨਤਾ ਪਾਰਟੀ ਜੋ ਮੋਦੀ ਸਾਹਿਬ ਦੀ ਪਾਲਿਸੀਜ਼ ਹੈਗੀਆਂ ਵਾ, ਕਿਸਾਨਾਂ ਦੇ ਖਾਤਿਆਂ ਦੇ ਵਿੱਚ 6-6 ਹਜ਼ਾਰ ਰੁਪਏ, ਜੇ ਕਿਸਾਨ ਵਿਰੋਧੀ ਮੋਦੀ ਸਾਹਿਬ ਹੋਣ, ਅੱਜ 98,000 ਕਰੋੜ ਰੁਪਈਆ ਜਿਹੜਾ ਵਾ ਉਹ ਸੈਂਟਰ ਸਰਕਾਰ ਜਿਹੜੀ ਕਿਸਾਨਾਂ ਦੇ ਖਾਤਿਆਂ 'ਚ ਪਾ ਚੁੱਕੀ ਹੈ। 6-6 ਪਹਿਲਾਂ ਕਿਸੇ ਨੇ 5 ਪੈਸੇ ਨਹੀਂ ਦਿੱਤੇ। ਸਵਾਲ ਠੀਕ ਹੈ, ਪਰ ਰਿਸ਼ਤੇ ਦੇ ਇਸ ਵਕਤ ਗੱਲ ਹੋ ਰਹੀ ਹੈ ਕਿ ਅਕਾਲੀ ਦਲ ਦੇ ਨਾਲ ਰਿਸ਼ਤੇ ਦੀ, ਕਿਆ ਭਾਜਪਾ ਨਹੀਂ ਸક્ષਮ ਹੈ ਕਿ ਸਰਕਾਰ ਬਣਾ ਪਾਏਗੀ ਅਕਾਲੀ ਦਲ ਤੋਂ ਬਿਨਾਂ? ਬਿਲਕੁਲ ਸક્ષਮ ਹੈ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਦਾ ਮੈਂ ਕਿਹਾ ਕੈਡਰ ਆ, ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਆ। ਭਾਰਤੀ ਜਨਤਾ ਪਿੰਡਾਂ 'ਚ ਅਕਾਲੀ ਦਲ ਕਹਿੰਦਾ ਜੀ ਆਧਾਰ ਤੇ ਪਿੰਡਾਂ 'ਚ ਸਾਡਾ ਹੈਗਾ ਕਿ ਭਾਜਪਾ ਤੇ ਇੱਕ ਸ਼ਹਿਰੀ ਖੇਤਰ ਦੀ ਪਾਰਟੀ ਮੰਨੀ ਜਾਂਦੀ ਹੈ, ਪਿੰਡਾਂ 'ਚ ਆਧਾਰ ਹੈ, ਪਿੰਡਾਂ 'ਚ ਕਿਸ ਤਰ੍ਹਾਂ ਕਰੋਗੇ? ਪਿੰਡਾਂ ਦੇ ਵਿੱਚ ਵੀ ਜਦੋਂ ਕੋਲੀਸ਼ਨ ਸੀਗੀ, ਉਦੋਂ ਭਾਰਤੀ ਜਨਤਾ ਪਾਰਟੀ ਦਾ ਕਾਰਿਆਕਰਤਾ ਹੀ ਜਿੱਤ ਵਾਲੀ ਵੋਟ ਜਿਹੜੀ ਆ ਉਹ ਪਾਉਂਦਾ ਸੀਗਾ ਤੇ ਇਹ ਕੈਂਡੀਡੇਟ ਜਿੱਤਦੇ ਸੀ ਦੋਵਾਂ ਪਾਰਟੀਆਂ ਦੇ, ਬਿਨਾਂ ਸ਼ੱਕ। ਮੈਂ ਨਹੀਂ ਹੁਣ ਆਖਾਂਗਾ ਕਿ ਉਦੋਂ ਸਿਰਫ ਸਾਡੇ ਕਰਕੇ ਜਿੱਤਦੇ ਸੀ। ਮੈਂ ਇਹ ਕਹੂੰਗਾ ਕਿ ਅਕਾਲੀ ਦਲ ਜਿਹੜਾ ਵਾ ਉਹ ਬਿਨਾਂ ਸ਼ੱਕ ਠੀਕ ਆ, ਇਹ ਪਿੰਡਾਂ ਦੀ ਪਾਰਟੀ ਜਾਂ ਜੋ ਵੀ ਆਪਣੇ ਆਪ ਨੂੰ ਕਲੇਮ ਕਰਦੇ ਆ। ਅੱਜ ਜੋ ਅਕਾਲੀ ਦਲ ਦਾ ਤੁਹਾਨੂੰ ਦੱਸਿਆ ਕਿੰਨਾ ਪ੍ਰੈਸ਼ਰ ਸੀ। ਤੁਸੀਂ ਅਕਾਲੀ ਦਲ ਦਾ ਕੀ ਭਵਿੱਖ ਸਮਝਦੇ ਹੋ? ਅਕਾਲੀ ਦਲ ਕਿਉਂਕਿ ਅਕਾਲੀ ਦਲ ਦੇ ਭਵਿੱਖ ਨਹੀਂ, ਮੈਂ ਭਾਰਤੀ ਜਨਤਾ ਪਾਰਟੀ ਦਾ ਕਹਿ ਸਕਦਾ ਵੀ ਸਾਡਾ ਕਾਰਿਆਕਰਤਾ ਤਿਆਰ ਆ। ਸਾਡਾ ਕਾਰਿਆਕਰਤਾ ਜਿਹੜਾ ਵਾ ਆਦੇਸ਼ ਦੀਖ ਰਿਹਾ ਵਾ ਵੀ ਸੈਂਟਰ 'ਚੋਂ ਸਾਨੂੰ ਕਿਉਂਕਿ ਅੱਜ ਪਹਿਲਾ ਦਿਨ ਆ, ਰਾਤੀ ਇਹਨਾਂ ਨੇ ਗਠਬੰਧਨ ਤੋੜਨ ਦਾ ਐਲਾਨ ਕੀਤਾ, ਅੱਜ ਤੁਸੀਂ ਮੇਰੇ ਨਾਲ ਬਾਈਟ ਕਰਦੇ ਪਏ ਜੇ। ਮੈਂ ਇਸੇ ਕਰਕੇ ਕਿਹਾ ਮੈਂ ਕੋਈ ਤਲਖ ਟਿੱਪਣੀ ਨਹੀਂ, ਤੇ ਮੈਂ ਇਹਨਾਂ ਨੂੰ ਕਹਾਂਗਾ ਕਿ ਪੋਲੀਟੀਕਲ ਸੰਯਮ ਲਫ਼ਜ਼ਾਂ ਦੇ ਉੱਤੇ ਜ਼ਰੂਰ ਰੱਖਣਾ। ਇੰਨਾ ਲੰਬਾ ਸਾਡਾ ਜਿਹੜਾ ਵਾ ਇਹ ਰਿਹਾ। ਬਾਕੀ ਜਿਹੜਾ ਵਾ ਇਹ ਘਬਰਾ ਗਏ ਆ, ਨਾ ਕਿ ਚਾਹੀਦਾ ਇਹਨਾਂ ਨੂੰ ਸੀ ਕਿ ਵੱਡੇ ਪਾਰਟਨਰ ਹੋਣ ਦੇ ਨਾਤੇ ਕਿਸਾਨ ਹਤੈਸ਼ੀ ਜਿਹੜਾ ਹਿੱਤ ਇਹ ਆਂਦੇ ਨਾ, ਕਿਸਾਨਾਂ ਦੇ ਹਤੈਸ਼ੀ ਇਹ ਜ਼ਿਆਦਾ ਵਾ, ਤੇ ਇਹਨਾਂ ਨੂੰ ਕਿਸਾਨਾਂ ਨੂੰ ਆਪਣੇ ਕਾਰਿਆਕਰਤਾ ਰਾਹੀਂ ਉਹ ਅਸਲੀ ਗੱਲ ਸਮਝਾਉਣੀ ਚਾਹੀਦੀ ਸੀ, ਜਦ ਕਿ ਇਹ ਖੁਦ ਹੀ। ਪਰ ਸਵਾਲ ਹੈ ਕਿ ਉਹੀ ਸਵਾਲ ਹੈ ਕਿ ਬਿਕਰਮ ਮਜੀਠੀਆ ਜਾਂ ਹੋਰ ਅਕਾਲੀ ਦਲ ਦੇ ਲੀਡਰਾਂ ਵੱਲੋਂ ਹੁਣ ਤੇ ਤੁਹਾਡੇ ਖਿਲਾਫ ਹੀ ਸੜਕਾਂ ਦੇ ਮਾਰਚ ਕੱਢੇ ਜਾ ਰਹੇ, ਸੜਕਾਂ ਬਲੌਕ ਕੀਤੀਆਂ ਜਾ ਰਹੀਆਂ, ਤੁਸੀਂ ਸਮਝਾਉਣ ਦੀ ਗੱਲ ਕਰਦੇ ਹੋ, ਵਿਰੋਧ ਕਰ ਰਹੇ ਸਿੱਧਾ। ਮੈਂ ਘਬਰਾ ਕੇ ਮੈਂ ਤੇ ਆਖਿਆ ਇਹਨਾਂ ਨੂੰ ਚਾਹੀਦਾ ਤੇ ਇਹ ਸੀ ਵੀ ਕਿਸਾਨਾਂ ਨੂੰ ਸਮਝਾਉਂਦੇ, ਜਿਹੜੀ ਗੱਲ ਇਹ ਆਰਡੀਨੈਂਸ ਤੋਂ ਬਾਅਦ ਕਰਦੇ ਸੀ, ਉਹ ਰੈਗੂਲਰ ਆਰਡੀਨੈਂਸ ਤੋਂ ਬਾਅਦ ਜਿਹੜੀ ਗੱਲ ਕਰਦੇ ਸੀ, ਉਹਨਾਂ ਨੂੰ ਰੈਗੂਲਰ ਉਹ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਤੇ ਉਹ ਜਦੋਂ ਕਿਸਾਨ ਨੂੰ ਇਸ ਗੱਲ ਦਾ ਫਾਇਦਾ ਹੋਣਾ ਵਾ, ਉਦੋਂ ਹੋਰ ਸਾਲ ਨੂੰ 6 ਮਹੀਨਿਆਂ ਨੂੰ ਜਦੋਂ ਇਸ ਚੀਜ਼ ਦਾ ਫਾਇਦਾ ਹੋਣਾ, ਕਿਸਾਨ ਨੂੰ ਸਮਝ ਆ ਜਾਣੀ ਹੈ। ਜਵਾਬ ਦੇਣ ਵਾਸਤੇ ਤਿਆਰ ਹੈ ਅਸੀਂ? ਕਾਹਦਾ ਜਵਾਬ? ਅਕਾਲੀ ਦਲ ਨੂੰ ਜਿਹੋ ਜੀ ਭਾਸ਼ਾ 'ਚੋਂ ਗੱਲ ਕਰਨਗੇ ਹੀ ਕਰਾਂਗੇ। ਤਾਈਓ ਮੈਂ ਕਿਹਾ ਵੀ ਭਾਸ਼ਾ ਸੰਯਮ ਚਾਹੀਦਾ। ਇੰਨਾ ਲੰਬਾ ਸਾਡਾ ਰਿਹਾ, ਅਸੀਂ ਬਾਦਲ ਸਾਹਿਬ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਹਾਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕੋਲ ਬਹੁਤ ਕੁਝ ਅਸੀਂ ਸਿੱਖਿਆ। ਇਸ ਕਰਕੇ ਭਾਸ਼ਾ ਸੰਯਮ ਚਾਹੀਦਾ। ਪੋਲੀਟੀਕਲ ਰਸਤਾ ਇਹਨਾਂ ਨੇ ਅਲੱਗ ਜਿਹੜਾ ਲਿਆ ਵਾ, ਇਸ ਗੱਲ ਤੋਂ ਸੱਤਾ ਤੋਂ ਘਬਰਾ ਕੇ ਇਹ ਸਭ ਵੋਟਾਂ ਦੀ ਰੌਲੇ ਰੱਪੇ ਦੇ ਵਿੱਚ ਪੈ ਗਏ ਆ ਤੇ ਵੋਟਾਂ ਇਕੱਠੀਆਂ ਕਰ ਲਈਏ, ਇਹ ਸਭ ਖੋਹ ਮਾਈ ਵੋਟਾਂ ਦੀ ਪਈ ਆ। ਕਿਸਾਨ ਦਾ ਹਿੱਤ ਕਿਸੇ ਨੂੰ ਨਹੀਂ ਇਹਨਾਂ 'ਚੋਂ। ਕਿਸਾਨ ਦਾ ਹਿੱਤ ਜਿਹੜਾ ਵਾ, ਮੋਦੀ ਸਾਹਿਬ ਨੇ ਜਿਹੜਾ ਬਿੱਲ ਲਿਆਂਦਾ ਉਹਨੂੰ ਸਮਝਾ ਕੇ 2 ਸਾਲ ਚਲਵਾਉਂਦੇ, 2 ਸਾਲ ਉਹਨਾਂ ਦੇ ਨਾਲ ਖਲੋਂਦੇ। ਹੁਣ ਰਾਹ ਵੱਖਰੀ ਹੈ, ਬੀਜੇਪੀ ਵਾਸਤੇ ਵੀ ਰਾਹ ਔਖੀ ਹੈ, ਬੈਨੀਫਿਟ ਦਿਵਾਉਂਦੇ। ਉਸ ਤੋਂ ਬਾਅਦ ਅਗਰ ਲੱਗਦਾ ਵੀ ਇਹਦਾ ਨੁਕਸਾਨ ਹੋ ਰਿਹਾ ਤੇ ਐਜੀਟੇਸ਼ਨ 2 ਸਾਲਾਂ ਬਾਅਦ ਵੀ ਹੋ ਸਕਦੀ ਸੀ ਵੀ ਨੁਕਸਾਨ ਹੁੰਦਾ ਇਹਦੇ। ਤੇ ਅਸੀਂ ਬਿੱਲ ਵਾਪਸ ਲੈ ਜਾ ਸਕਦੇ ਹੁੰਦੇ ਆ, ਬਿੱਲਾਂ ਦੇ ਵਿੱਚ ਅਮੈਂਡਮੈਂਟ ਹੋ ਸਕਦੀ। GST ਆਇਆ, GST ਤੋਂ GST ਕੌਂਸਲ ਬਣੀ, ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ। ਸੈਂਟਰ ਸਰਕਾਰ ਮੋਦੀ ਸਾਹਿਬ ਕਿਸਾਨਾਂ ਦੇ ਗਰੀਬਾਂ ਦੇ ਹਤੈਸ਼ੀ ਆ, ਉਹਨਾਂ ਗਰੀਬੀ ਤੋਂ ਉੱਠ ਕੇ ਉੱਪਰ ਤੱਕ ਗਏ ਆ, ਉਹਨਾਂ ਨੂੰ ਹਰ ਗੱਲ ਦਾ ਪਤਾ, ਉਹਨਾਂ ਨੂੰ ਗਰੀਬ ਦੀ ਕਿਸਾਨ ਦੀ ਸਭ ਦੀ ਹਾਲਤ ਆ। ਇਸੇ ਕਰਕੇ ਉਹ ਲੱਗੇ ਆ।
ਇੱਥੋਂ ਤੱਕ ਵੀ ਸਿੱਧਾ ਪੈਸਾ ਅੱਜ ਵੀ ਉਹਨਾਂ ਨੇ ਜਿਹੜਾ ਐਕਟ ਦੇ ਵਿੱਚ ਹੈ ਵੀ ਕਿਸਾਨ ਦੀ ਜਿੰਨੀ ਫਸਲ ਤੁਲਦੀ ਹੈ ਫਿਰ ਹੁਣ ਸਰਕਾਰ ਉਹਦੇ ਖਾਤੇ ਦੇ ਵਿੱਚ ਪੈਸੇ ਪਾਵੇ, ਨਾ ਕਿ ਕੋਈ ਹਿਸਾਬ ਕਰਕੇ ਉਹਨੂੰ ਤੇ ਉਹਦਾ ਜਿਹੜਾ ਵਾ ਉਹਨੂੰ ਕਿਸਾਨ ਨੂੰ ਕੱਟ ਵੱਢ ਕਰਕੇ ਪੈਸੇ ਦੇਵੇ। ਤੋ ਅਸੀਂ ਅਨਿਲ ਜੋਸ਼ੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਸਿੱਧੇ ਤੌਰ 'ਤੇ ਉਹਨਾਂ ਨੇ ਕਿਹਾ ਕਿ ਭਾਸ਼ਾ ਤੇ ਸੰਯਮ ਰੱਖਣ ਦੀ ਲੋੜ ਹੈ ਅਤੇ ਭਾਜਪਾ ਦਾ ਕੈਡਰ ਬਹੁਤ ਵੱਡਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੜਾਈ ਹੈ ਭਾਜਪਾ ਖੁਦ ਲੜੇਗੀ ਤੇ ਸਰਕਾਰ ਬਣਾਉਣ ਦੇ ਵਿੱਚ ਵੀ ਪੂਰੀ ਸક્ષਮ ਹੈ। ਨਾਲ ਹੀ ਨਾਲ ਜਿਹੜਾ ਯੂ ਟਰਨ ਹੈ ਅਕਾਲੀ ਦਲ ਦਾ, ਉਹਨਾਂ ਨੇ ਕਿਹਾ ਪਹਿਲੇ ਉਹ ਕਲੀਅਰ ਕਰਨ ਕਿ ਆਖਿਰਕਾਰ ਪਹਿਲਾ ਬਿਆਨ ਠੀਕ ਸੀ ਜਾਂ ਦੂਸਰਾ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ।